Guru Vai 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 Guru ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਸਾਧੂਆਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਪਹਿਚਾਣ ਕਰੋ ਆਪਣੇ ਆਪੇ ਦੀ, ਵੀ ਤੁਸੀਂ ਕੌਣ ਹੋ। ਹੁਣ ਜਿਸ ਦਿਨ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਵਾਂਗੇ, ਉਸ ਦਿਨ ਸਾਡੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਮਹਾਰਾਜ ਫਰਮਾਉਂਦੇ, ਨਾਨਕ ਗੁਰਮੁਖ ਆਪ ਪਛਾਣੀ, ਪ੍ਰਭ ਜੈਸੇ ਅਵਿਨਾਸੀ। ਬਈ ਜਦੋਂ ਗੁਰਮੁਖਾਂ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ, ਫਿਰ ਉਹਨਾਂ ਨੂੰ ਭੇਦ ਖੁੱਲ੍ਹਾ ਬਈ ਸਾਡੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ, ਬਈ ਉਹ ਅਵਿਨਾਸੀ ਹੈ ਅਤੇ ਅਸੀਂ ਵੀ ਅਵਿਨਾਸੀ। ਮਾਲਕ ਜੋਤ ਸਰੂਪ ਪ੍ਰਕਾਸ਼ ਰੂਪ ਹੈ ਅਤੇ ਅਸੀਂ ਵੀ ਜੋਤ ਸਰੂਪ ਪ੍ਰਕਾਸ਼ ਰੂਪ। ਇਹੋ ਹੁਣ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਤੁਸੀਂ ਜੋਤ ਸਰੂਪ ਹੋ, ਤੁਸੀਂ ਪਹਿਚਾਣ ਕਰੋ ਆਪਣੇ ਆਪੇ ਦੀ ਅਤੇ ਆਪਣੇ ਮੂਲ ਦੀ। ਮਹਾਰਾਜ ਫਰਮਾਉਂਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਈ ਤੂੰ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਹੁਣ ਇਹ ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ, ਆਪਣੇ ਆਪੇ ਦੀ ਪਰਖ ਕਰਨ ਵਾਸਤੇ ਸਾਨੂੰ ਖੋਜ ਕਰਨੀ ਪੈਂਦੀ ਆਪਣੇ ਆਪੇ ਦੀ।
ਸਤਿਗੁਰੂ ਕਹਿੰਦੇ ਉਹੀਓ ਅਸਲ ਪਾਰਖੂ ਵੇ ਜਿਹੜਾ ਆਪਣੇ ਆਪੇ ਦੀ ਪਰਖ ਕਰਦਾ। ਫਰਮਾਉਂਦੇ ਨੇ ਨਾਨਕ ਪਰਖੇ ਆਪ ਕੋ ਤਾ ਪਾਰਖ ਜਾਣ। ਬਈ ਜਿਹੜਾ ਆਪਣੇ ਆਪੇ ਦੀ ਪਰਖ ਕਰਦਾ ਉਹਨੂੰ ਕਹਿੰਦੇ ਇਹ ਅਸਲ ਪਾਰਖੂ ਹੈ। ਜਿਹਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ ਉਹਨੂੰ ਕਹਿੰਦੇ ਵੀ ਇਹ ਗੁਰਮੁਖ ਹੈ, ਇਹਦੇ ਤੇ ਅਵਿਨਾਸੀ ਮਾਲਕ 'ਚ ਕੋਈ ਫਰਕ ਨਹੀਂ। ਉਦੋਂ ਸਾਡਾ ਮਨ ਇਹ ਹਰੀ ਦਾ ਜਨ ਬਣ ਜਾਂਦਾ। ਉਦੋਂ ਕਹਿੰਦੇ ਹਰ ਤੇ ਹਰ ਜਨ, ਬਈ ਇਹ ਦੋਵੇਂ ਇੱਕੋ ਹੀ ਨੇ, ਇਹਨਾਂ 'ਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸੇ ਅਵਸਥਾ 'ਚ ਹੀ ਫਰਮਾਉਂਦੇ ਹਰ ਹਰ ਜਨ ਦੋਈ ਏਕ ਹੈ, ਬਹਿ ਵਿਚਾਰ ਕਿਛ ਨਾਹੀਂ, ਜਲ ਤੇ ਉਪਜੇ ਤਰੰਗ ਜਿਉ, ਜਲ ਹੀ ਵਿਖੇ ਸਮਾਹੀ। ਬਈ ਜਿਵੇਂ ਜਲ ਦੇ ਵਿੱਚ ਉਹ ਤਰੰਗ ਉੱਠੀ, ਉਹ ਫਿਰ ਜਲ ਦੇ ਵਿੱਚ ਹੀ ਸਮਾ ਗਈ। ਇਸੇ ਤਰ੍ਹਾਂ ਹੀ ਗੁਰਮੁਖ ਮਾਲਕ 'ਚੋਂ ਪ੍ਰਗਟ ਹੁੰਦੇ ਤੇ ਉਹਦੇ 'ਚ ਹੀ ਫਿਰ ਸਮਾ ਜਾਂਦੇ, ਜੋ 'ਚ ਜੋਤ ਮਿਲ ਜਾਂਦੀ, ਉਹਦੇ 'ਚ ਹੀ ਲੀਨ ਹੋ ਜਾਂਦੇ। ਹੁਣ ਜਿਨ੍ਹਾਂ ਨੇ ਫਿਰ ਇਹ ਪਹਿਚਾਣ ਕਰ ਲਈ ਆਪਣੇ ਆਪੇ ਦੀ, ਜਿਨ੍ਹਾਂ ਨੇ ਇਹ ਜੁਗਤ ਸਿੱਖ ਲਈ, ਗੁਰੂ ਪਾਸੋਂ ਤਰੀਕਾ ਆ ਗਿਆ, ਉਹਨਾਂ ਦਾ ਮਨ ਫਿਰ ਇਸ ਤਰ੍ਹਾਂ ਮਾਲਕ 'ਚ ਸਮਾ ਜਾਂਦਾ ਹੈ, ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ, ਮਿਲ ਕੇ ਇੱਕ ਰੂਪੀ ਹੋ ਜਾਂਦੇ। ਮਹਾਰਾਜ ਫਰਮਾਉਂਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਬਈ ਗੁਰਮੁਖ ਮਾਲਕ ਦੇ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦੇ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਉਹ ਫਿਰ ਵੱਖ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਗੁਰਮੁਖ ਮਾਲਕ ਦੇ ਵਿੱਚ ਲੀਨ ਹੋ ਜਾਂਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਪਹਿਚਾਣ ਕਰੋ ਆਪਣੇ ਆਪੇ ਦੀ, ਤੁਸੀਂ ਖੋਜ ਕਰੋ ਆਪਦੇ ਅੰਦਰ ਦੀ। ਸਾਰੀ ਗੁਰਬਾਣੀ ਗੁਰੂ 1430 ਅੰਗ ਦੇ ਵਿੱਚ ਇਹ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਇਹ ਤਨ ਦੀ ਖੋਜ ਕਰਕੇ ਸਾਰਾ ਸਾਨੂੰ ਭੇਜ ਦਿੱਤਾ ਹੋਇਆ। ਜਿਹੜੇ ਗੁਰਮੁਖ ਨੇ ਉਹ ਫਿਰ ਇਸ ਕਾਇਆ ਦੀ ਖੋਜ ਕਰਦੇ। ਮਹਾਰਾਜ ਫਰਮਾਉਂਦੇ ਗੁਰਮੁਖ ਹੋਵੇ ਸੋ ਕਾਇਆ ਖੋਜੀ, ਹੋਰ ਸਭ ਭਰਮ ਭੁਲਾਈ। ਬਈ ਉਹ ਹੋਰ ਭਰਮ 'ਚ ਨਹੀਂ ਪੈਂਦੇ, ਉਹ ਆਪਣੇ ਆਪੇ ਦੀ ਖੋਜ ਕਰਦੇ, ਉਹ ਆਪਣੇ ਆਪੇ ਦੀ ਪਰਖ ਕਰਦੇ। ਹੁਣ ਇਹ ਅਸੀਂ ਆਪਦੇ ਆਪ ਦੀ ਕਿਵੇਂ ਖੋਜ ਕਰਨੀ ਹੈ, ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਕਰਨਾ ਪੈਣਾ। ਸਿਮਰਨ ਕਰ ਕਰਕੇ ਅਸੀਂ ਅੰਤਰਮੁਖੀ ਹੋਣਾ, ਅਤੇ ਜਦੋਂ ਅੰਤਰਮੁਖੀ ਹੋਵਾਂਗੇ ਸਾਡੇ ਅੰਦਰ ਦੀ ਖੋਜ ਸ਼ੁਰੂ ਹੋਏਗੀ। ਜਿਹੜੇ ਗੁਰਮੁਖ ਫਿਰ ਇਹ ਖੋਜ ਕਰਦੇ ਉਹਨਾਂ ਨੂੰ ਕਹਿੰਦੇ ਵੀ ਇਹ ਬੜਭਾਗੀ ਨੇ, ਇਹ ਵੱਡੇ ਭਾਗਾਂ ਵਾਲੇ। ਮਹਾਰਾਜ ਫਰਮਾਉਂਦੇ ਨੇ ਖੋਜ ਤੇ ਬੜਭਾਗੀ, ਰਾਮ ਰਾਮ ਬੋਲ ਬੋਲ। ਬਈ ਜਿਹੜੇ ਗੁਰਮੁਖ ਖੋਜਦੇ ਫਿਰ ਉਹ ਸਿਮਰਨ ਕਰ ਕਰਕੇ ਫਿਰ ਉਹ ਖੋਜਦੇ ਆਪਦੇ ਘਰ ਨੂੰ, ਆਪਣੇ ਆਪੇ ਨੂੰ। ਜਿਨ੍ਹਾਂ ਨੇ ਫਿਰ ਇਹ ਖੋਜ ਕਰ ਲਈ ਆਪਣੇ ਘਰ ਦੀ, ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਅਸੀਂ ਉਹ ਘਰ ਲੱਭ ਲਿਆ ਜਿੱਥੇ ਨਾ ਜਨਮ ਨਾ ਮੌਤ ਆਉਂਦੀ, ਜਿੱਥੇ ਨਾ ਵਡੇਪਾ ਹੁੰਦਾ ਨਾ ਜਰਾ ਹੁੰਦਾ। ਉੱਥੇ ਮਹਾਰਾਜ ਕਹਿੰਦੇ ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਬਈ ਉਹ ਘਰ ਜਿੱਥੇ ਜਾ ਕੇ ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਣ, ਸਦਾ ਲਈ ਅਮਰ ਹੋ ਜਾਣ। ਹੁਣ ਜਿਨ੍ਹਾਂ ਗੁਰਮੁਖਾਂ ਨੇ ਉਹ ਘਰ ਲੱਭ ਲਿਆ,
ਜਿਨ੍ਹਾਂ ਨੇ ਪਹਿਚਾਣ ਕਰ ਲਈ ਆਪਣੇ ਆਪੇ ਦੀ, ਫਿਰ ਉਹ ਆਪਾਂ ਨੂੰ ਅੱਗੇ ਭੇਜ ਦਿੰਦੇ ਆ, ਦੱਸਦੇ। ਉਹ ਸਾਡੇ 'ਤੇ ਪਰਉਪਕਾਰ ਕਰਦੇ, ਉਹ ਸਾਡੇ 'ਤੇ ਦਇਆ ਕਰਦੇ, ਕਿਉਂਕਿ ਅਸੀਂ ਮਨ ਕਰਕੇ ਸਾਰੇ ਭਾਈ ਭਾਈ ਹਾਂ ਆਪਸ ਵਿੱਚ। ਮਹਾਰਾਜ ਇਸ ਲਈ ਫਰਮਾਉਂਦੇ, ਇਹ ਮਨ ਤੇਰਾ ਭਾਈ, ਵੀ ਇਹ ਜਿਹੜਾ ਮਨ ਹੈ ਇਹ ਮਨ ਸਾਡਾ ਭਾਈ। ਮਨ ਕਰਕੇ ਅਸੀਂ ਸਾਰੇ ਭਾਈ ਭਾਈ। ਸਾਡੇ ਸਾਰਿਆਂ ਦੇ ਮਨਾਂ ਦਾ ਜੋ ਮਾਤਾ ਪਿਤਾ ਉਹ ਇੱਕੋ ਹੀ ਹੈ, ਨਿਰੰਕਾਰ ਵਾਹਿਗੁਰੂ, ਜਿਹਦੇ ਅਸੀਂ ਸਾਰੇ ਬੱਚੇ ਹਾਂ। ਮਹਾਰਾਜ ਫਰਮਾਉਂਦੇ, ਏਕ ਪਿਤਾ ਏਕ ਸਖੀ ਹਮ ਬਾਰਕ। ਹੁਣ ਉਹ ਸਾਡਾ ਸਾਰਿਆਂ ਦਾ ਸਾਂਝਾ, ਸਾਡਾ ਮਾਤਾ ਪਿਤਾ। ਮਹਾਰਾਜ ਫਰਮਾਉਂਦੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਬਈ ਤੂੰ ਸਾਡਾ ਸਾਰਿਆਂ ਦਾ ਸਾਂਝਾ ਪਿਓ, ਅਸੀਂ ਸਾਰੇ ਤੇਰੇ ਬੱਚੇ। ਤੂੰ ਮਾਤਾ ਪਿਤਾ ਹਮ ਬਾਰਕ ਤੇਰੀ, ਵੀ ਅਸੀਂ ਤੇਰੇ ਬੱਚੇ, ਤੂੰ ਸਾਡਾ ਮਾਂ ਪਿਓ। ਹੁਣ ਉਹ ਜੋ ਸਾਡਾ ਮਾਂ ਪਿਓ ਹੈ, ਜਿਹਨੂੰ ਉਹਨੇ ਆਪਣਾ ਆਪਾ ਜਨਾ ਦਿੱਤਾ, ਉਹਨਾਂ ਦੀ ਫਿਰ ਡਿਊਟੀ ਲਾਉਂਦਾ ਵੀ ਇਹ ਤੁਹਾਡੇ ਭਾਈ ਨੇ, ਇਹਨਾਂ ਆਪਦੇ ਭਾਈਆਂ ਨੂੰ ਸਮਝਾਓ। ਉਹ ਫਿਰ ਗੁਰਮੁਖ ਸਾਡੇ ਉੱਤੇ ਦਇਆ ਕਰਦੇ, ਉਹ ਸਾਡੇ ਉੱਤੇ ਪਰਉਪਕਾਰ ਕਰਦੇ, ਸਾਡੇ ਮਨਾਂ ਦੇ ਉੱਤੇ। ਉਹ ਸਾਨੂੰ ਭੁੱਲਿਆਂ ਨੂੰ ਭਗਤੀ ਦਾ ਭੇਜ ਦਿੰਦੇ, ਉਹ ਸਾਨੂੰ ਭੁੱਲਿਆਂ ਨੂੰ ਮਾਲਕ ਦੇ ਨਾਲ ਮਿਲਾਉਂਦੇ, ਸਾਡੇ ਘਰ ਦਾ ਭੇਜ ਦਿੰਦੇ, ਨਾਮ ਦਾ ਭੇਜ ਦਿੰਦੇ। ਇਸ ਲਈ ਉਹਨਾਂ ਪਰਥਾਏ ਕਹਿੰਦੇ, ਜਨ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਈ, ਜੀ ਦਾਨ ਦੇ ਭਗਤੀ ਲਾਵਣ, ਹਰ ਸਿਉ ਲੈਣ ਮਲਾਈ। ਬਈ ਉਹ ਸਾਨੂੰ ਜੀਵਨ ਦਾਨ, ਸਾਡੇ ਉੱਤੇ ਦਇਆ ਕਰਦੇ, ਸਾਨੂੰ ਭਗਤੀ ਦਾ ਗਿਆਨ ਦਿੰਦੇ, ਸਾਨੂੰ ਭੇਜ ਦਿੰਦੇ ਵੀ ਭਗਤੀ ਕੀ ਹੈ ਅਤੇ ਕਰਨੀ ਕਿਵੇਂ ਅਸੀਂ। ਇਹਨੂੰ ਕਹਿੰਦੇ ਗੁਰਬਾਣੀ ਗੁਰੂ ਵਿੱਚ ਦਇਆ। ਇਹ ਕੀਤੀ ਹੋਈ ਦਇਆ ਸਾਡੇ ਮਨਾਂ ਦੇ ਉੱਤੇ, ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਇਸ ਵਰਥਾਏ ਮਹਾਰਾਜ ਫਰਮਾਉਂਦੇ, ਆਠਸੜ ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਵੀ ਇਹ ਜੀਵ ਦੇ ਉੱਤੇ ਤੁਸੀਂ ਦਇਆ ਕੀਤੀ, ਉਹਨੂੰ ਭੁੱਲੇ ਹੋਏ ਨੂੰ ਰਸਤਾ ਦੱਸੇ, ਉਹਨੂੰ ਸਿਮਰਨ ਬਾਰੇ ਦੱਸਿਆ, ਉਹਨੂੰ ਸਿਮਰਨ ਕਰਨ 'ਤੇ ਲਾਇਆ, ਉਹਨੂੰ ਸਤ ਸੰਗਤ 'ਚ ਲੈ ਕੇ ਆਏ। ਇਹ ਦਇਆ, ਇਹ ਪਰਉਪਕਾਰ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹੋ ਪੁੰਨਦਾਨ ਨੇ ਜਿਹੜਾ ਮਨ ਦੇ ਉੱਤੇ ਕੀਤਾ ਜਾਂਦਾ। ਹੁਣ ਆਪ ਸਿਮਰਨ ਕਰਨਾ ਅਤੇ ਕਰਾਉਣਾ ਕਲਯੁਗ ਦੇ ਸਮੇਂ ਦੇ ਵਿੱਚ ਇਹ ਸਭ ਤੋਂ ਵੱਡਾ ਪੁੰਨ ਹੈ। ਮਹਾਰਾਜ ਫਰਮਾਉਂਦੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਬਈ ਕਲਯੁਗ ਦੇ ਵਿੱਚ ਕਿਹੜਾ ਪੁੰਨ ਹੈ? ਪਰਮਾਤਮਾ ਦੇ ਗੁਣ ਗਾਉਣੇ, ਉਹਦਾ ਸਿਮਰਨ ਕਰਨਾ ਕਰਾਉਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਹੁਣ ਦਾਨ ਕੀ ਹੈ? ਕਿਸੇ ਜੀਵ ਨੂੰ ਘਰ ਦਾ ਗਿਆਨ ਦੇਣਾ, ਉਹਨੂੰ ਘਰ ਦਾ ਭੇਜ ਦੇਣਾ, ਇਹ ਦਾਨ ਹੈ। ਜੋ ਮਹਾਰਾਜ ਸਾਨੂੰ ਸਮਝਾਉਂਦੇ ਵੀ ਪਹਿਲਾਂ ਤੁਸੀਂ ਆਪ ਸੰਗਤ ਕਰੋ, ਸਾਧੂਆਂ ਦੀ ਧੂੜੀ ਲਵੋ, ਫਿਰ ਉਹ ਧੂੜੀ ਜਦੋਂ ਸਾਡੇ 'ਤੇ ਪੈਂਦੀ, ਸਾਡੇ ਮਨ ਦੀ ਮੈਲ ਉਤਰਦੀ, ਸਾਡਾ ਮਨ ਨਿਰਮਲ ਹੋ ਜਾਂਦਾ। ਜਦੋਂ ਆਪਣਾ ਮਨ ਨਿਰਮਲ ਹੁੰਦਾ, ਫਿਰ ਅਸੀਂ ਨਾਮ ਦੇ ਨਾਲ ਜੁੜਦੇ ਹਾਂ ਅੰਦਰ। ਫਿਰ ਨਾਮ ਦੇ ਨਾਲ ਜੁੜ ਕੇ ਫਿਰ ਅੱਗੇ ਉਹ ਆਪਾਂ ਨੂੰ ਵੀ ਫਿਰ ਇਹ ਦਾਨ ਕਰਨ 'ਤੇ ਲਾ ਦਿੰਦੇ ਵੀ ਤੁਸੀਂ ਵੀ ਇਹ ਦਾਨ ਕਰੋ ਅੱਗੇ।
ਇਸ ਵਰਤਾਏ ਫਿਰ ਮਾਰੇ ਫਰਮਾਉਂਦੇ, ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਵੀ ਇਹ ਦਾਨ ਕਰਨਾ, ਹਰੀ ਦਾ ਨਾਮ ਧਿਆਉਣਾ ਅਤੇ ਨਾਮ ਨੂੰ ਸੁਣਨਾ, ਅਤੇ ਫਿਰ ਅੱਗੇ ਨਾਮ ਦੇ ਗੁਣ ਗਾਉਣੇ, ਨਾਮ ਦੀ ਮਹਿਮਾ ਦੱਸਣੀ, ਜੀਵਾਂ ਨੂੰ ਨਾਮ ਦਾ ਭੇਦ ਦੇਣਾ, ਇਹ ਦਾਨ ਹੈ। ਜੇ ਕਰਾਂਗੇ ਇਹ ਦਾਨ ਕਰਨ ਦੇ ਨਾਲ ਸਾਨੂੰ ਕੀ ਲਾਭ ਹੋਏਗਾ? ਮਹਾਰਾਜ ਕਹਿੰਦੇ, ਕਾਮ ਕ੍ਰੋਧ ਨ ਮੋਹੀਏ ਮਨ ਤੇ ਜਾਏ ਗੁਮਾਨ। ਬਈ ਸਾਡੇ ਮਨ 'ਤੇ ਜਿਹੜਾ ਹਉਮੈ ਹੰਕਾਰ ਦੀ ਮੈਲ ਲੱਗਦੀ, ਫਿਰ ਇਹ ਦਾਨ ਕਰਨ ਦੇ ਨਾਲ ਇਹ ਸਾਡੇ ਅੰਦਰ ਗੁਮਾਨ ਨਹੀਂ ਆਏਗਾ। ਇਹ ਹਉਮੈ ਹੰਕਾਰ ਵੀ ਜਾਂਦੇ ਲੱਗਣ। ਇਹ ਦਾਨ ਕਰਨ ਦਾ ਸਾਨੂੰ ਇਹ ਲਾਭ ਹੋਣਾ, ਸਾਨੂੰ ਇਹਦਾ ਇਹ ਲਾਭ ਪ੍ਰਾਪਤ ਹੋਣਾ। ਸੋ ਤਾਂ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਪੁੰਨ ਦਾਨ ਹੈ ਉਹ ਵੀ ਅਕਲ ਦੁਆਰਾ ਕੀਤਾ ਜਾਂਦਾ। ਅਕਲ ਉਹਨੂੰ ਨਹੀਂ ਕਹਿੰਦੇ ਵੀ ਜਿਹਦੇ ਨਾਲ ਅਸੀਂ ਵਾਦ ਵਿਵਾਦ ਹੀ ਖੜਾ ਕਰ ਲੈਂਦੇ। ਕਿਸੇ ਦੇ ਨਾਲ ਅਸੀਂ ਦੁਵਿਧਾ ਦੀ ਗੱਲ ਕਰੀਏ, ਨਿੰਦਿਆ ਚੁਗਲੀ ਕਰੀਏ, ਉਹਨੂੰ ਅਕਲ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਤ। ਵੀ ਜਿਹਦੇ ਨਾਲ ਵਾਦ ਵਿਵਾਦ ਹੀ ਖੜਾ ਹੁੰਦਾ ਉਹ ਅਕਲ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਅਕਲੀ ਪੜ੍ਹ ਕੇ ਬੂਝੀਏ ਅਕਲੀ ਕੀਜੇ ਦਾਨ। ਵੀ ਅਕਲ ਦੁਆਰਾ ਤੁਸੀਂ ਪਹਿਲਾਂ ਪੜ੍ਹ ਕੇ ਬੁੱਝਣਾ, ਸੋਝੀ ਲੈਣੀ, ਪਹਿਲਾਂ ਆਪ ਸਿਮਰਨ ਕਰਨਾ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ। ਅਕਲੀ ਪੜ੍ਹ ਕੇ ਬੂਝੀਏ ਅਕਲੀ ਕੀਜੇ ਦਾਨ। ਕਹੇ ਨਾਨਕ ਰਾਹ ਇਹੋ ਹੋਰ ਗੱਲਾਂ ਸ਼ੈਤਾਨ। ਵੀ ਇਹ ਹੈ ਰਾਹ ਪੁੰਨ ਦਾਨ ਕਰਨ ਦਾ, ਬਾਕੀ ਸੰਸਾਰ ਦੀਆਂ ਗੱਲਾਂ ਸ਼ੈਤਾਨ ਦੀਆਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ, ਜਿਹੜੇ ਗੁਰਮੁਖ ਫਿਰ ਇਹ ਵਿਦਿਆ ਨੂੰ ਵਿਚਾਰਦੇ, ਗੁਰਬਾਣੀ ਗੁਰੂ ਇਹਨੂੰ ਬ੍ਰਹਮ ਦਾ ਗਿਆਨ, ਸਾਰੀ ਬ੍ਰਹਮ ਵਿਦਿਆ। ਜਿਹੜੇ ਗੁਰਮੁਖ ਫਿਰ ਇਹ ਵਿਦਿਆ ਨੂੰ ਵਿਚਾਰਦੇ, ਗੁਰਬਾਣੀ ਗੁਰੂ ਨੂੰ ਵਿਚਾਰਦੇ, ਫਿਰ ਉਹ ਪਰਉਪਕਾਰੀ ਹੋ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਈ ਜੇ ਵਿਦਿਆ ਨੂੰ ਵਿਚਾਰਿਆ, ਜੇ ਗੁਰਬਾਣੀ ਗੁਰੂ ਨੂੰ ਵਿਚਾਰਿਆ ਅਤੇ ਵਿਚਾਰ ਕੇ ਅੱਗੇ ਦੱਸਿਆ, ਅਤੇ ਫਿਰ ਇਹ ਪਰਉਪਕਾਰ। ਸੋ ਇਸ ਲਈ ਜਿਹੜੇ ਫਿਰ ਗੁਰਮੁਖ ਗੁਰਬਾਣੀ ਗੁਰੂ ਨੂੰ ਵਿਚਾਰਦੇ, ਸਹੀ ਦੇ ਵਿੱਚ ਆਪਣੇ ਘਰ ਜਾਂਦੇ, ਆਪਣੇ ਆਪੇ ਦੀ ਪਹਿਚਾਣ ਕਰ ਲੈਂਦੇ, ਉਹ ਫਿਰ ਵਿਚਾਰ ਕੇ ਉਹ ਸਾਡੇ 'ਤੇ ਪਰਉਪਕਾਰ ਕਰਦੇ, ਉਹ ਸਾਡੇ 'ਤੇ ਪੁੰਨ ਦਾਨ ਕਰਦੇ। ਸੋ ਇਹੋ ਮਹਾਰਾਜ ਕਹਿੰਦੇ, ਕੀਤੀ ਹੋਈ ਦਇਆ, ਇਹ ਕੀਤਾ ਹੋਇਆ ਪੁੰਨ ਦਾਨ, ਇਹ ਪ੍ਰਵਾਨ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਤਾਂ ਹੀ ਹੋਏਗਾ, ਗੁਰਬਾਣੀ ਗੁਰੂ ਦੀ ਵਿਚਾਰ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਆਪ ਪਹਿਲਾਂ ਸਿਮਰਨ ਕਰਾਂਗੇ ਅਤੇ ਅਸੀਂ ਆਪਦੇ ਘਰ ਜਾਵਾਂਗੇ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਗੁਰਮੁਖੀ ਵਿਚਾਰ ਸਕਦਾ, ਬਾਣੀ ਵਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਬਈ ਗੁਰਬਾਣੀ ਨੂੰ ਵਿਚਾਰੇਗਾ ਕੌਣ? ਸਤਿਗੁਰੂ ਕਹਿੰਦੇ ਕੋਈ ਵਿਰਲਾ ਹੀ। ਵੀ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਤਾਂ ਸਾਰਾ ਗਿਆ, ਭੇਤ ਸਾਰਾ ਦਿੱਤਾ ਗਿਆ ਸਾਡੇ ਘਰ ਬਾਰ ਦਾ, ਪਰ ਇਹਨੂੰ ਖੋਜੇਗਾ ਮਹਾਰਾਜ ਕਹਿੰਦੇ ਕੋਈ ਵਿਰਲਾ ਗੁਰਮੁਖੀ। ਫਰਮਾਉਂਦੇ ਨੇ ਸ਼ਬਦਾਂ ਮਾਹੇ ਵਖਾਣੀਏ, ਵਿਰਲਾ ਤਾਂ ਬੁੱਝੇ ਕੋਈ। ਬਈ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰਾ ਕੀਤਾ, ਮਾਲਕ ਨੂੰ ਮਿਲਾਪ ਦਾ ਰਸਤਾ ਸਾਨੂੰ ਸਾਰਾ ਦੱਸੇ, ਸਾਡੇ ਘਰ ਬਾਰ ਦਾ ਸਾਰਾ ਭੇਦ ਦਿੱਤਾ।
ਸਾਨੂੰ ਆਪਣੇ ਆਪੇ ਦੀ ਪਹਿਚਾਣ ਕਰਾਈ ਹੈ ਵੀ ਤੁਸੀਂ ਕੌਣ, ਪਰ ਇਹਨੂੰ ਬੁੱਝਦਾ ਸਮਝਦਾ ਵੀ ਵਿਰਲਾ ਵਿਰਲਾ। ਇਸ ਲਈ ਬੇਸ਼ੱਕ ਅਸੀਂ ਪੜ੍ਹਦੇ ਰੋਜ਼ ਹਾਂ ਦੋਹਰਾ ਵੀ ਜਿਹੜਾ ਜੀਵ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਹ ਸ਼ਬਦਾਂ ਦੇ ਵਿੱਚੋਂ ਖੋਜ ਕਰ ਲੈ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲਈ। ਹੁਣ ਖੋਜੇਗਾ ਕੌਣ? ਖੋਜੇਗਾ ਵੀ ਵਿਰਲਾ ਹੀ ਮਹਾਰਾਜ ਕਹਿੰਦੇ। ਨਹੀਂ ਤਾਂ ਅਸੀਂ ਪੜ੍ਹੀ ਤਾਂ ਜਾਵਾਂਗੇ ਪਰ ਖੋਜਾਂਗੇ ਨਹੀਂ। ਸੋ ਮਹਾਰਾਜ ਇਸ ਲਈ ਕਹਿੰਦੇ ਫਿਰ ਜਿਹੜੇ ਗੁਰਮੁਖ ਖੋਜਦੇ ਉਹ ਫਿਰ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ। ਉਹਨਾਂ ਨੂੰ ਦੇਰ ਨਹੀਂ ਲੱਗਦੀ ਪਾਰ ਹੋਣ ਲੱਗੀ। ਸਤਿਗੁਰੂ ਫਰਮਾਉਂਦੇ ਖੱਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬੌਰ ਨਾ ਹੋਈ। ਖੋਜਤ ਬੂਝਤ ਕਰਤ ਵਿਚਾਰਾ, ਤੋ ਭਵ ਜਲ ਤਰਤ ਨ ਲਾਵੇ ਬਾਰਾ। ਬਾਬਾ ਕਬੀਰ ਜੀ ਕਹਿੰਦੇ ਵੀ ਜਿਹੜਾ ਵੀ ਖੋਜ ਕਰਦਾ ਗੁਰਮੁਖ ਉਹ ਫਿਰ ਖੋਜ ਕੇ ਬੁੱਝ ਕੇ ਫਿਰ ਉਹ ਵਿਚਾਰ ਕਰਦੇ, ਫਿਰ ਉਹ ਭਵ ਸਾਗਰ ਤਰਨ ਲੱਗੇ ਸਮਾਂ ਨਹੀਂ ਲੱਗਦਾ ਉਹਨਾਂ ਨੂੰ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਵਿਚਾਰੋ ਆਪਣੇ ਆਪੇ ਨੂੰ ਵੀ ਤੁਸੀਂ ਕੌਣ, ਕਿੱਥੋਂ ਆਏ ਹੋ, ਕੀ ਕਰਨ ਵਾਸਤੇ ਆਏ ਹੋ। ਹੁਣ ਆਪਾਂ ਨੂੰ ਫਿਰ ਇਹ ਪੁੱਛਦੇ, ਮਹਾਰਾਜ ਕਹਿੰਦੇ ਸੁਣ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੋ ਕੀਤੀ ਕੁ ਮੁੱਦਤ, ਚਲਤੇ ਖਬਰ ਨਾ ਪਾਇਓ। ਮਹਾਰਾਜ ਕਹਿੰਦੇ ਵੀ ਤੁਹਾਨੂੰ ਪਤਾ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੰਨੀ ਕੁ ਮੁੱਦਤ ਤੁਹਾਡੇ ਕੋਲ ਸਮਾਂ, ਕਿੰਨਾ ਕੁ ਸਮਾਂ ਇੱਥੇ ਰੁਕੋਗੇ। ਜਦੋਂ ਤੁਹਾਡਾ ਸਮਾਂ ਖਤਮ ਹੋ ਗਿਆ ਤੇ ਫਿਰ ਅੱਗੇ ਜਾਓਗੇ ਕਿੱਥੇ, ਜਦੋਂ ਇਹ ਦੇਹ ਨੂੰ ਛੱਡੋਗੇ ਕਿੱਥੇ ਜਾਓਗੇ। ਹੁਣ ਇਹ ਫਿਰ ਜਦੋਂ ਸਾਡੇ ਤੋਂ ਪੁੱਛਦੇ ਤਾਂ ਵੀ ਜੇ ਅਸੀਂ ਭੁੱਲ ਚੁੱਕੇ ਹਾਂ, ਸਾਨੂੰ ਨਹੀਂ ਪਤਾ ਤੇ ਅਸੀਂ ਪੁੱਛ ਲਈਏ ਵੀ ਸਾਨੂੰ ਤਾਂ ਪਤਾ ਨਹੀਂ ਜੀ, ਵੀ ਸਾਨੂੰ ਨਹੀਂ ਪਤਾ ਅਸੀਂ ਕਿੱਥੋਂ ਆਏ ਹਾਂ, ਕਿਹਨੇ ਸਾਨੂੰ ਭੇਜੇ। ਸਾਨੂੰ ਨਹੀਂ ਪਤਾ ਕਿੰਨੀ ਕੁ ਮੁੱਦਤ ਸਾਡੇ ਕੋਲ, ਕਦੋਂ ਸਮਾਂ ਖਤਮ ਹੋ ਜਾਣਾ ਸਾਨੂੰ ਇਹਦਾ ਵੀ ਗਿਆਨ। ਸਾਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਅਸੀਂ ਇਹ ਦੇਹ ਨੂੰ ਛੱਡਾਂਗੇ ਅਸੀਂ ਕਹਾਂ ਜਾਵਾਂਗੇ ਕਿੱਥੇ, ਵੀ ਅਸੀਂ ਸਾਰਾ ਕੁਛ ਭੁੱਲ ਗਏ ਹਾਂ, ਸਾਨੂੰ ਸਮਝਾ ਦੇ। ਮਹਾਰਾਜ ਕਹਿੰਦੇ ਅੱਗੇ ਕਿਆ ਜਾਣਾ ਨਹੀਂ, ਮੈਂ ਭੁੱਲੇ ਤੁਮ ਸਮਝਾਏ। ਬਈ ਮੈਨੂੰ ਨਹੀਂ ਪਤਾ ਅੱਗੇ ਕਿੱਥੇ ਜਾਣਾ, ਮੈਂ ਭੁੱਲ ਗਿਆ। ਤੁਹਾਡੇ ਵਿੱਚੋਂ ਜੇ ਕਿਸੇ ਨੂੰ ਪਤਾ ਹੈ ਤੇ ਕਿਰਪਾ ਕਰਕੇ ਮੈਨੂੰ ਦੱਸ ਦੇ। ਤੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਜਾਣ ਲਿਆ, ਤੁਹਾਨੂੰ ਪਤਾ ਲੱਗ ਗਿਆ, ਫਿਰ ਜਿਹੜੇ ਭੁੱਲੇ ਹੋਏ ਜੀਵ ਨੇ ਉਹਨਾਂ ਨੂੰ ਜਾ ਕੇ ਸਮਝਾਓ, ਉਹਨਾਂ ਨੂੰ ਦੱਸੋ। ਇਹ ਸਭ ਤੋਂ ਵੱਡਾ ਪਰਉਪਕਾਰ। ਸਤਿਗੁਰੂ ਫਰਮਾਉਂਦੇ ਤਾ ਕੋ ਸਮਝਾਵਣ ਜਾਈਏ, ਜੇ ਕੋ ਭੁੱਲਾ ਹੋਈ। ਵੀ ਜੇ ਕੋਈ ਭੁੱਲਿਆ ਉਹਨੂੰ ਜਾ ਕੇ ਦੱਸੋ ਵੀ ਆਹ ਰਸਤਾ ਹੈ ਆਪਣੇ ਘਰ ਨੂੰ ਜਾਣ ਦਾ, ਪ੍ਰੇਮ ਦਾ ਮਾਰਗ। ਤੁਸੀਂ ਸੰਤ ਮਾਰਗ 'ਤੇ ਚੱਲੋ, ਸਿਮਰਨ ਕਰੋ, ਸੰਗਤ ਕਰੋ। ਜਿਹੜਾ ਇਹ ਧਾਰ ਦਾ ਰਸਤਾ ਵੈਰ ਵਿਰੋਧ ਵਾਲਾ, ਇਹਨੂੰ ਛੱਡੋ। ਇਹ ਸਾਡੇ ਘਰ ਨੂੰ ਨਹੀਂ ਜਾਂਦਾ, ਇਹ ਅੱਗੇ ਜੂਨਾਂ 'ਚ ਜਾਂਦਾ। ਇਹ ਫਿਰ ਜਦੋਂ ਅਸੀਂ ਦੱਸਾਂਗੇ ਤੇ ਮਹਾਰਾਜ ਕਹਿੰਦੇ ਵੀ ਇਹ ਦਇਆ ਹੈ, ਇਹ ਦਾਨ ਹੈ, ਇਹ ਪਰਉਪਕਾਰ ਹੈ। ਕਿਸੇ ਭੁੱਲੇ ਹੋਏ ਜੀਵ ਨੂੰ ਇਹ ਰਸਤਾ ਦੱਸਣਾ, ਮਾਲਕ ਨੂੰ ਮਿਲਾਪਤ। ਇਹਨੂੰ ਫਿਰ ਮਿਲਾਪ ਦੇ ਰਸਤੇ ਨੂੰ ਅਕਥ ਕਹਾਣੀ ਕਹਿੰਦੇ ਵੀ ਕਿਵੇਂ ਅਸੀਂ ਮਾਲਕ ਤੋਂ ਵਿਛੜੇ ਹਾਂ, ਕਿਹੜੇ ਕਰਮਾਂ ਕਰਕੇ ਵਿਛੜੇ। ਹੁਣ ਅਸੀਂ ਐਸੇ ਕਿਹੜੇ ਕਰਮ ਕਰੀਏ ਵੀ ਫਿਰ ਸਾਡਾ ਮਾਲਕ ਨਾਲ ਮਿਲਾਪ ਹੋ ਜੇ। ਇਹ ਤਾਂ ਸਾਡਾ ਸਾਰਾ ਕਰਮਾਂ ਦਾ ਹੀ। ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ, ਕੀ ਨੇੜੇ ਕੇ ਦੂਰ। ਵੀ ਇੱਕ ਦਾ ਕਰਮ ਜਿਹੜਾ ਅਸੀਂ ਆਪਦੀ ਮੱਤ ਦੁਆਰਾ ਕਰਦੇ ਹਾਂ ਉਹ ਸਾਨੂੰ ਮਾਲਕ ਤੋਂ ਦੂਰ ਲੈ ਜਾਂਦਾ। ਜਿਵੇਂ ਅਸੀਂ ਆਪਦੀ ਮੱਤ ਦੁਆਰਾ ਕਿਸੇ ਦੀ ਨਿੰਦਿਆ ਕਰ ਲਈ,
ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਨਾਲ ਈਰਖਾ ਨਫ਼ਰਤ ਦੀ ਗੱਲ ਕਰ ਲਈ। ਇਹ ਸਾਡਾ ਕਰਮ ਹੈ ਮਨ ਦਾ। ਇਹ ਕੀਤੇ ਹੋਏ ਕਰਮ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ। ਕਿਸੇ ਨੂੰ ਜਦੋਂ ਅਸੀਂ ਫਿੱਕੇ ਬੋਲ ਬੋਲਦੇ ਹਾਂ, ਮਾੜਾ ਬੋਲਦੇ ਹਾਂ, ਇਹ ਸਾਡਾ ਕਰਮ ਸਾਨੂੰ ਮਾਲਕ ਤੋਂ ਬਹੁਤ ਦੂਰ ਕਰ ਦਿੰਦਾ। ਸਾਡਾ ਉਹਦੇ ਨਾਲ ਪਿਆਰ ਜਿਹੜਾ ਪਿਆਰ ਰਹਿੰਦਾ ਕੋਈ ਨਹੀਂ, ਸਾਡੀ ਪ੍ਰੀਤ ਟੁੱਟ ਜਾਂਦੀ। ਮਾਲਕ ਨੂੰ ਸਾਡਾ ਇਹ ਬੋਲਿਆ ਹੋਇਆ ਭਾਉਂਦਾ ਨਹੀਂ ਤੇ ਉਹ ਸਾਨੂੰ ਛੱਡ ਦਿੰਦਾ। ਮਾਰੇ ਫਰਮਾਉਂਦੇ ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਵੀ ਜਦੋਂ ਅਸੀਂ ਦੁਰਮਤ ਦੇ ਬੋਲ ਬੋਲੇ ਦੁਬਦਾ ਵਸ ਹੋ ਕੇ, ਉਹ ਸਾਡਾ ਕੀਤਾ ਹੋਇਆ ਕਰਮ, ਉਹ ਸਾਡੇ ਬੋਲੇ ਹੋਏ ਬੋਲ, ਉਹ ਸਾਨੂੰ ਮਾਲਕ ਤੋਂ ਦੂਰ ਕਰ ਦਿੰਦੇ। ਇਹਨੂੰ ਫਿਰ ਮਹਾਰਾਜ ਕਹਿੰਦੇ ਵੀ ਆਪੋ ਆਪਣੇ ਕਰਮ ਨੇ। ਇੱਕ ਕਰਮ ਕਰਕੇ ਅਸੀਂ ਮਾਲਕ ਤੋਂ ਦੂਰ ਹੋ ਜਾਂਦੇ, ਇੱਕ ਉਹ ਕਰਮ ਜਿਹੜਾ ਅਸੀਂ ਗੁਰੂ ਦਾ ਦੱਸਿਆ ਹੋਇਆ ਕਰਦੇ, ਜਿਹੜੀ ਕਾਰੇ ਸਾਨੂੰ ਗੁਰੂ ਲਾਉਂਦਾ ਸੀ ਉਹ ਕਰਦੇ ਅਤੇ ਅਸੀਂ ਮਾਲਕ ਦੇ ਨੇੜੇ ਆ ਜਾਂਦੇ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜੀ ਕਾਰ ਕਰਨ ਨੂੰ ਸਾਨੂੰ ਗੁਰੂ ਕਹਿ ਰਹੇ ਉਹ ਕਰੋ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਹੁਣ ਸਾਨੂੰ ਕਿਹੜੀ ਕਾਰੇ ਲਾਉਂਦੇ? ਉਹ ਕਹਿੰਦੇ ਵੀ ਮਾਲਕ ਦੇ ਗੁਣ ਗਾਵੋ, ਉਹਦਾ ਸਿਮਰਨ ਕਰੋ। ਰਾਮ ਸਿਮਰ ਇਹਾ ਤੇਰੇ ਕਾਜ ਹੈ। ਜਦੋਂ ਅਸੀਂ ਇਹ ਆਪਦਾ ਕਾਰਜ ਕਰਾਂਗੇ, ਸਿਮਰਨ ਕਰਾਂਗੇ, ਮਾਲਕ ਦੇ ਗੁਣ ਗਾਵਾਂਗੇ, ਇਹ ਕੀਤਾ ਹੋਇਆ ਕਰਮ ਸਾਨੂੰ ਮਾਲਕ ਦੇ ਨੇੜੇ ਲੈ ਆਏਗਾ। ਸਾਡਾ ਮਾਲਕ ਨਾਲ ਪਿਆਰ ਪੈ ਜੇ, ਸਾਡੀ ਉਹਦੇ ਨਾਲ ਪ੍ਰੀਤ ਪੈ ਜੇਗੀ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਿਹੜੀ ਕਾਰੇ ਸਾਨੂੰ ਗੁਰੂ ਲਾ ਰਹੇ ਉਹ ਕਰੋ। ਜੇ ਅਸੀਂ ਉਹ ਕਾਰ ਕਰਾਂਗੇ ਤਾਂ ਸਾਡਾ ਜਿਹੜਾ ਮੁੱਖ ਉਹ ਉਜਲ ਹੋ ਜਾਏਗਾ ਸੱਚੇ ਦਰਬਾਰ ਦੇ ਵਿੱਚ, ਮਾਲਕ ਦੇ ਘਰ ਦੇ ਵਿੱਚ। ਜਿਹੜੇ ਗੁਰਮੁਖ ਹੁਣ ਨਾਮ ਦੇ ਨਾਲ ਜੁੜ ਗਏ, ਜਿਹੜੇ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਉਹਨਾਂ ਦੇ ਮੁੱਖ ਸਦਾ ਉਜਲ ਨੇ ਸੱਚੇ ਦਰਬਾਰ ਦੇ ਵਿੱਚ। ਮਹਾਰਾਜ ਫਰਮਾਉਂਦੇ ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤੈਨ ਕੇ ਮੁਖ ਸਦ ਉਜਲੇ, ਤਿਤ ਸੱਚੇ ਦਰਬਾਰ। ਬਈ ਮਾਲਕ ਦੇ ਘਰ, ਮਾਲਕ ਦੇ ਦਰਬਾਰ ਦੇ ਵਿੱਚ ਉਹਨਾਂ ਗੁਰਮੁਖਾਂ ਦੇ ਮੁੱਖ ਉਜਲ ਨੇ ਜਿਹੜੇ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਜਿਨ੍ਹਾਂ ਦੇ ਅੰਦਰ ਨਾਮ ਨਿਧਾਨ ਉਹ ਖਜ਼ਾਨਾ, ਜਿਨ੍ਹਾਂ ਦਾ ਧਿਆਨ ਉਹ ਖਜ਼ਾਨੇ ਦੇ ਉੱਤੇ ਲੱਗੇ ਨਾਮ ਦੇ, ਉਹੀਓ ਫਿਰ ਵਿਚਾਰ ਕਰਦੇ ਗੁਰਬਾਣੀ ਗੁਰੂ ਦੀ। ਕਿਉਂਕਿ ਗੁਰਬਾਣੀ ਗੁਰੂ ਸ਼ੁਰੂ ਹੀ ਨਾਮ ਤੋਂ ਹੁੰਦੀ। ਨਾਮ ਨੂੰ ਕਹਿੰਦੇ ਅਨਹਦ ਸ਼ਬਦ ਨੂੰ ਬੀਜ ਮੰਤਰ, ਉਹਨੂੰ ਕਹਿੰਦੇ ਨਿਜ ਪਦ। ਜਦੋਂ ਸਾਡਾ ਧਿਆਨ ਉਹ ਨਿਜ ਪਦ ਦੇ ਉੱਤੇ ਲੱਗਦਾ, ਨਾਮ ਦੇ ਨਾਲ ਸਾਡੀ ਸੁਰਤੀ ਜੁੜਦੀ ਹੈ, ਉੱਥੋਂ ਫਿਰ ਬ੍ਰਹਮ ਦਾ ਗਿਆਨ ਸ਼ੁਰੂ ਹੁੰਦਾ, ਉੱਥੋਂ ਗੁਰਬਾਣੀ ਗੁਰੂ ਸ਼ੁਰੂ ਹੁੰਦੀ। ਮਹਾਰਾਜ ਫਰਮਾਉਂਦੇ ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਵੀ ਫਿਰ ਉੱਥੋਂ ਬ੍ਰਹਮ ਦਾ ਗਿਆਨ। ਜਦੋਂ ਅਸੀਂ ਨਿਜ ਪਦ 'ਤੇ ਜਾਵਾਂਗੇ, ਸਾਡੀ ਸੁਰਤੀ ਨਾਮ ਦੇ ਨਾਲ ਜੁੜੇਗੀ ਅਤੇ ਫਿਰ ਅਸੀਂ ਇਹ ਬ੍ਰਹਮ ਦੀ ਵਿਚਾਰ ਕਰ ਸਕਦੇ। ਹੁਣ ਇਹ ਨਿਜ ਪਦ ਦਾ ਭੇਤ ਸਾਨੂੰ ਦੇਣਾ ਸੰਤਾਂ ਨੇ, ਸਾਧੂਆਂ ਨੇ। ਤਾਈਓ ਫਿਰ ਜਦੋਂ ਸਾਨੂੰ ਸਾਧੂ ਦਾ ਸੰਗ ਹੋ ਜਾਂਦਾ, ਸਾਨੂੰ ਰੰਗ ਚੜ੍ਹਦਾ ਫਿਰ ਨਾਮ ਦਾ। ਫਿਰ ਉਹ ਆਪਾਂ ਨੂੰ ਵੀ ਬ੍ਰਹਮ ਦਾ ਵਿਚਾਰ 'ਤੇ ਲਾ ਦਿੰਦੇ ਵੀ ਤੁਸੀਂ ਵੀ ਬ੍ਰਹਮ ਦੀ ਵਿਚਾਰ ਕਰੋ।
ਮਹਾਰਾਜ ਇਸ ਲਈ ਫਰਮਾਉਂਦੇ, ਜਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੇ ਬ੍ਰਹਮ ਵਿਚਾਰੇ ਅੱਛੀ। ਵੀ ਉਹਨਾਂ ਨੇ ਹੀ ਬ੍ਰਹਮ ਨੂੰ ਵਿਚਾਰਿਆ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੋ ਗਿਆ। ਉਹਨਾਂ ਦਾ ਜਦੋਂ ਸੰਗ ਹੁੰਦਾ ਉਹ ਆਪਾਂ ਨੂੰ ਨਾਮ ਦੇ ਨਾਲ ਜੋੜਦੇ, ਫਿਰ ਸਾਡੇ ਮਨ ਦੇ ਉੱਤੇ ਨਾਮ ਦਾ ਰੰਗ ਚੜ੍ਹਦਾ, ਸਾਡੀ ਸੁਰਤੀ ਉਹ ਨਾਮ ਨਾਲ ਜੁੜਦੀ, ਉਹ ਨਾਮ ਨੂੰ ਹੀ ਫਿਰ ਨਿਜ ਪਦ ਕਹਿੰਦੇ। ਉਹਦੇ 'ਤੇ ਜਦੋਂ ਧਿਆਨ ਲੱਗਦਾ ਤੇ ਫਿਰ ਇਹ ਬ੍ਰਹਮ ਦਾ ਗਿਆਨ ਸ਼ੁਰੂ ਹੋ ਜਾਂਦਾ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਗੁਰੂ ਸਾਹਿਬ ਵੀ ਉਹ ਵੀ ਬ੍ਰਹਮ ਦੀ ਵਿਚਾਰ ਕਰਦੇ, ਉਹ ਵੀ ਇੱਕ ਕਥਾ ਕਹਾਣੀ ਕਰਦੇ। ਜਿਹੜੇ ਜੀਵ ਸੁਣਦੇ, ਸੁਣ ਕੇ ਮੰਨਦੇ, ਉਹ ਇਹ ਭਵ ਸਾਗਰ ਤੋਂ ਪਾਰ ਲੰਘ ਜਾਂਦੇ। ਮਹਾਰਾਜ ਫਰਮਾਉਂਦੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਧਰੇ ਪਾਰ। ਵੀ ਜਿਹੜਾ ਇਹ ਬ੍ਰਹਮ ਦੀ ਵਿਚਾਰ ਨੂੰ ਸੁਣਦਾ ਹੈ ਤੇ ਸੁਣ ਕੇ ਮੰਨਦਾ, ਕਮਾਉਂਦਾ ਹੈ, ਉਹ ਮਹਾਰਾਜ ਕਹਿੰਦੇ ਉਹਦਾ ਪਾਰ ਉਤਾਰਾ ਹੋ ਜਾਂਦਾ। ਹੁਣ ਇਹ ਸਾਰੀ ਗੁਰਬਾਣੀ ਗੁਰੂ ਬ੍ਰਹਮ ਦੀ ਵਿਚਾਰ, ਜੇ ਅਸੀਂ ਇਹ ਬ੍ਰਹਮ ਦੀ ਵਿਚਾਰ ਨੂੰ ਸੁਣਾਂਗੇ ਧਿਆਨ ਨਾਲ ਤੇ ਸੁਣ ਕੇ ਮੰਨਾਂਗੇ, ਕਮਾਵਾਂਗੇ ਤੇ ਅਸੀਂ ਆਪਦੇ ਘਰ ਚਲੇ ਜਾਵਾਂਗੇ, ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਵਾਂਗੇ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰੂ ਸਾਹਿਬ ਇਹ ਬ੍ਰਹਮ ਦੀ ਵਿਚਾਰ ਕਰਦੇ, ਜਿਹੜਾ ਧਿਆਨ ਨਾਲ ਜੀਵ ਸੁਣਦਾ, ਸੁਣ ਕੇ ਮੰਨਦਾ ਤੇ ਉਹਦਾ ਪਾਰ ਉਤਾਰਾ ਹੋ ਜਾਂਦਾ। ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਸਾਨੂੰ ਬ੍ਰਹਮ ਦੀ ਵਿਚਾਰ ਸੁਣਾਉਂਦੇ, ਜੇ ਅਸੀਂ ਧਿਆਨ ਨਾਲ ਸੁਣਾਂਗੇ ਤੇ ਸੁਣ ਕੇ ਮੰਨਾਂਗੇ ਤੇ ਸਾਡਾ ਪਾਰ ਉਤਾਰਾ ਹੋ ਜਾਏਗਾ। ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ। ਜਿਸ ਨਾਮ ਦੇ ਨਾਲੋਂ ਸਾਡੀ ਲਿਵ ਟੁੱਟੀ ਹੈ, ਸਾਨੂੰ ਉਹ ਨਾਮ ਦੇ ਨਾਲ ਜੋੜਦੇ। ਆਈਆਂ ਮਾਰੇ ਕਹਿੰਦੇ ਵੀ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਤ ਸਤ ਕਰਕੇ ਮੰਨਾਂਗੇ, ਇਹਨਾਂ ਦੇ ਬਚਨਾਂ ਨੂੰ ਮੰਨਾਂਗੇ, ਕਮਾਵਾਂਗੇ, ਸਿਮਰਨ ਕਰਾਂਗੇ, ਤੇ ਸਾਨੂੰ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਾਨੂੰ ਮੁੱਖ ਖੜਾ ਕਰ ਦੇਣਗੇ ਸਾਡੇ ਮਨ ਨੂੰ। ਮਹਾਰਾਜ ਇਸ ਲਈ ਫਰਮਾਉਂਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਵੀ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਮੰਨਾਂਗੇ ਸਤ ਸਤ ਕਰਕੇ, ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਾਂਗੇ ਤੇ ਸਾਨੂੰ ਉਹ ਸ਼ਬਦ ਗੁਰੂ ਦੇ ਲਿਜਾ ਕੇ ਸਾਨੂੰ ਮੁੱਖ ਖੜਾ ਕਰ ਦੇਣਗੇ, ਸਾਡੀ ਟੁੱਟੀ ਹੋਈ ਜੋੜ ਦੇਣਗੇ। ਤਾਈਓ ਆਪਾਂ ਨੂੰ ਸਮਝਾਉਂਦੇ ਵੀ ਸਤਿਗੁਰਾਂ ਦੀ ਬਾਣੀ, ਇਹਨੂੰ ਸਤ ਸਤ ਕਰਕੇ ਮੰਨੋ, ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੋ। ਮਹਾਰਾਜ ਫਰਮਾਉਂਦੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨਾਂਗੇ ਤੇ ਸਾਨੂੰ ਉਹ ਸ਼ਬਦ ਗੁਰੂ ਤੱਕ ਪਹੁੰਚਾ ਦੇਣਗੇ, ਨਾਮ ਦੇ ਨਾਲ ਸਾਡੀ ਟੁੱਟੀ ਹੋਈ ਗੰਢ ਦੇਣਗੇ। ਜਦੋਂ ਸਾਡਾ ਧਿਆਨ ਫਿਰ ਇਹ ਨਜ਼ਪਾਤ 'ਤੇ ਲੱਗ ਗਿਆ ਤੇ ਫਿਰ ਇੱਥੋਂ ਇਹ ਬ੍ਰਹਮ ਦਾ ਗਿਆਨ ਸ਼ੁਰੂ ਹੁੰਦਾ। ਫਿਰ ਸਾਨੂੰ ਸਮਝ ਲੱਗਦੀ ਗੁਰਬਾਣੀ ਗੁਰੂ ਦੀ ਵੀ ਸਾਨੂੰ ਕੀ ਕਹਿੰਦੇ। ਨਹੀਂ ਤਾਂ ਜੀਵ ਪੜ੍ਹਦਾ ਤਾਂ ਹੈ, ਪਰ ਉਹਨੂੰ ਪੜ੍ਹਨ ਦੀ ਵਿਧੀ ਨਾ ਹੋਣ ਕਰਕੇ ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕਦਾ। ਜਿਸ ਨਾਮ ਦੀ ਮਹਿਮਾ, ਜਿਸ ਨਾਮ ਦੇ ਨਾਲ ਗੁਰਬਾਣੀ ਗੁਰੂ ਸਾਨੂੰ ਜੋੜਦੇ, ਜਦੋਂ ਜੀਵ ਆਪਦੀ ਮੱਤ ਦੁਆਰਾ ਪੜ੍ਹਦਾ, ਉਹ ਨਾਮ ਨੂੰ ਤਾਂ ਬੁੱਝਦਾ ਹੀ ਨਹੀਂ, ਨਾਮ ਦੀ ਤਾਂ ਖੋਜ ਹੀ ਨਹੀਂ ਕਰਦਾ। ਇਸ ਲਈ ਮਹਾਰਾਜ ਫਰਮਾਉਂਦੇ, ਪੜ੍ਹੇ ਮਨ ਮੁਖ ਪਰ ਵਿਦ ਨਹੀਂ ਜਾਨਾ,
ਨਾਮ ਨਾ ਬੂਝੇ ਭਰਮ ਭੁੱਲਨ। ਵੀ ਪੜ੍ਹਦਾ ਤਾਂ ਮਨਮੁਖ ਵੀ ਹੈ, ਪਰ ਉਹਨੂੰ ਵਿਧੀ ਨਹੀਂ, ਤਰੀਕਾ ਨਹੀਂ। ਜਿਸ ਨਾਮ ਦੀ ਮਹਿਮਾ ਸਤਿਗੁਰੂ ਹਰੇਕ ਸ਼ਬਦ ਦੇ ਵਿੱਚ ਕਰਦੇ, ਉਹ ਨਾਮ ਨੂੰ ਤਾਂ ਮੰਨਦਾ ਹੀ ਨਹੀਂ, ਨਾਮ ਨੂੰ ਤਾਂ ਬੁੱਝਦਾ ਹੀ ਨਹੀਂ। ਤੇ ਜੇ ਅਸੀਂ ਹੁਣ ਨਾਮ ਨੂੰ ਹੀ ਬੁੱਝਾਂਗੇ ਨਹੀਂ, ਤੇ ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਜੇ ਅਸੀਂ ਨਾਮ ਨੂੰ ਭੁੱਲੇ ਰਹੇ ਤੇ ਸਾਡਾ ਆਉਣ ਜਾਣ ਜਿਹੜਾ ਬਣੇ ਹੀ ਰਹਿਣਾ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ, ਨਾਮੋਂ ਭੁੱਲੀ ਜੇ ਫਿਰ ਆਮੂ ਜਾਮ। ਬਈ ਜੇ ਸਾਡਾ ਮਨ ਨਾਮ ਨੂੰ ਭੁੱਲਿਆ ਰਿਹਾ, ਇਹਦਾ ਆਉਣਾ ਤੇ ਜਾਣਾ ਦੋਵੇਂ ਬਣੇ ਰਹਿਣੇ। ਨਾਨਕ ਨਾਮ ਵਸਾਰਿਆਂ ਆਵਣ ਜਾਣਾ ਦੋਏ। ਮਹਾਰਾਜ ਕਹਿੰਦੇ ਤਾਂ ਆਉਣਾ ਵੀ ਤੇ ਜਾਣਾ ਵੀ ਦੋਨੇ ਬਣੇ ਰਹਿਣਗੇ। ਨਾਮ ਤੋਂ ਬਿਨਾਂ ਹੁਣ ਕੋਈ ਵੀ ਜੀਵ ਮੁਕਤ ਨਹੀਂ ਹੋ ਸਕਦਾ। ਮਹਾਰਾਜ ਸਾਨੂੰ ਬੜਾ ਸਪਸ਼ਟ ਸਮਝਾਉਂਦੇ, ਬਿਨ ਨਾਮੇ ਮੁਕਤ ਨਾ ਪਾਵੇ ਕੋਈ। ਵੀ ਨਾਮ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ, ਕੋਈ ਮੁਕਤ ਹੋ ਨਹੀਂ ਸਕਦਾ। ਇਸ ਲਈ ਕਹਿੰਦੇ ਬਈ ਜੇ ਅਸੀਂ ਸਿਰਫ ਬਾਹਰੀ ਲਿਬਾਸ ਕੀਤਾ ਹੈ ਗੁਰਮੁਖਾਂ ਵਾਲਾ, ਤੇ ਅੰਦਰੋਂ ਨਾਮ ਨੂੰ ਨਹੀਂ ਬੁੱਝਿਆ, ਫਿਰ ਅਸੀਂ ਜੀਵਨ ਮੁਕਤ ਨਹੀਂ ਹੈ। ਅਸੀਂ ਵਾਪਸ ਫੇਰ ਆਕਾਰਾਂ ਦੇ ਵਿੱਚ ਚਲੇ ਜਾਵਾਂਗੇ। ਤਾਈਆਂ ਮਨ ਨੂੰ ਸਮਝਾਉਂਦੇ ਵੀ ਮਨਾ ਤੂੰ ਤਰ ਸਕਦਾ ਉਹ ਸ਼ਬਦ ਦੇ ਨਾਲ, ਨਾਮ ਦੇ ਨਾਲ ਚਿੱਤ ਜੋੜ ਕੇ, ਨਾਮ ਦੇ ਨਾਲ ਲੱਗ ਕੇ। ਜੇ ਤੂੰ ਨਾਮ ਦੇ ਨਾਲ ਨਹੀਂ ਜੁੜੇਗਾ, ਜੇ ਤੂੰ ਨਾਮ ਨੂੰ ਨਹੀਂ ਬੁੱਝੇਗਾ, ਤੇ ਫਿਰ ਤੂੰ ਵਾਪਸ ਮੁੜ ਜਾਏਗਾ। ਤਾਈਓ ਮਹਾਰਾਜ ਫਰਮਾਉਂਦੇ, ਮਨ ਰੇ ਸ਼ਬਦ ਤਰੋ ਚਿੱਤ ਲਾਈ, ਜਨ ਗੁਰਮੁਖ ਨਾਮ ਨਾ ਬੂਝੇ, ਮਰ ਜਨਮੇ ਆਵੇ ਜਾਏ। ਬਈ ਜਿਨ੍ਹਾਂ ਨੇ ਨਾਮ ਨੂੰ ਬੁੱਝਿਆ ਹੀ ਨਹੀਂ, ਉਹ ਜਨਮ ਮਰਨ ਦੇ ਵਿੱਚ ਪਏ ਰਹਿਣਗੇ, ਉਹ ਆਉਂਦੇ ਜਾਂਦੇ ਰਹਿਣਗੇ ਆਕਾਰਾਂ 'ਚ। ਜੇ ਹੁਣ ਅਸੀਂ ਸਾਬਤ ਸੂਰਤ ਹੋ ਕੇ ਵੀ ਆਪਦੇ ਆਪ ਨੂੰ ਗੁਰਮੁਖ ਅਖਵਾ ਕੇ ਵੀ, ਜੇ ਅਸੀਂ ਉਹ ਸ਼ਬਦ ਗੁਰੂ ਦੀ ਕਦੇ ਸੇਵਾ ਹੀ ਨਹੀਂ ਕੀਤੀ, ਫਿਰ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਸ਼ਬਦ ਗੁਰੂ ਨੂੰ ਤਾਂ ਜਾਣਿਆ ਨਹੀਂ, ਤੇ ਉਹ ਤੋਂ ਬਿਨਾਂ ਤਾਂ ਸਾਰਾ ਜੀਵਨ ਹੀ ਇਹਨਾਂ ਨੇ ਆਪਦਾ ਵਿਅਰਥ ਖਰਾਬ ਕਰ ਲਿਆ। ਇਸ ਲਈ ਫਰਮਾਉਂਦੇ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੇ ਕਾਹੇ ਆਇਆ। ਗੁਰ ਕੀ ਸੇਵਾ ਕਦੇ ਨਾ ਕੀਨੀ, ਵਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਨੂੰ ਜਾਣਿਆ ਹੀ ਨਹੀਂ, ਉਹ ਸੰਸਾਰ 'ਚ ਲੈਣ ਕੀ ਆਏ ਨੇ। ਵੀ ਮਾਨਸ ਜਾਮੇ ਵਿੱਚ ਇਹੀਓ ਤਾਂ ਅਸੀਂ ਲਾਹਾ ਖੱਟਣਾ ਸੀ, ਨਾਮ ਦਾ ਭੇਤ ਲੈ ਕੇ ਨਾਮ ਦੇ ਨਾਲ ਜੁੜਨਾ ਸੀ। ਹੁਣ ਜਿਹੜੇ ਨਾਮ ਦੇ ਨਾਲ ਜੁੜੇ ਹੀ ਨਹੀਂ, ਉਹਨਾਂ ਨੂੰ ਕਹਿੰਦੇ ਵੀ ਇਹ ਮਨਮੁਖ ਨਹੀਂ, ਇਹ ਭਗਤੀ ਤੋਂ ਹੀਣੇ, ਤੇ ਇਹ ਸੰਸਾਰ 'ਚ ਲੈਣ ਕੀ ਆਈ। ਜਿਸ ਮਕਸਦ ਵਾਸਤੇ ਮਾਨਸ ਜਾਮਾ ਮਿਲਿਆ, ਉਹ ਤਾਂ ਕਰਮ ਕਰਦੇ ਹੀ ਨਹੀਂ। ਤੇ ਇਸ ਲਈ ਮਾਰੇ ਫਰਮਾਉਂਦੇ, ਭਾਈ ਰੇ ਮਨਮੁਖ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨ ਨਾ ਕੀਨੀ, ਬਿਰਥਾ ਜਨਮ ਗਵਾਇਆ। ਬਈ ਇਹਨਾਂ ਨੇ ਪੂਰੇ ਗੁਰੂ ਦੀ, ਉਹ ਨਾਮ ਦੀ, ਨਾਦ ਦੀ ਕਦੇ ਸੇਵਾ ਨਹੀਂ ਕੀਤੀ, ਕਦੇ ਉਹਨੂੰ ਸੁਣਿਆ ਨਹੀਂ, ਤੇ ਨਾਮ ਤੋਂ ਬਿਨਾਂ ਆਪਦਾ ਜੀਵਨ ਸੀ ਜਿਹੜਾ ਵਿਅਰਥ ਹੀ ਖਰਾਬ ਕਰ ਲਿਆ। ਇਹਨਾਂ ਨੇ ਨਾਮ ਨੂੰ ਜਾਣਿਆ ਨਹੀਂ, ਤੇ ਨਾਮ ਤੋਂ ਬਿਨਾਂ ਮਾਨਸ ਜਾਮਾ ਜਿਹੜਾ ਉਹ ਸਾਰਾ ਹੀ ਵਿਅਰਥ ਸੀ। ਤਾਈਓ ਮਹਾਰਾਜ ਕਹਿੰਦੇ, ਇਹ ਮਾਨਕ ਜਨਮ ਦੁਰਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਵੀ ਪਹਿਲਾਂ ਤਾਂ ਇਹ ਮਾਨਸ ਜਾਮਾ ਦੁਰਲੰਭ ਬੜੀ ਮੁਸ਼ਕਿਲ ਨਾਲ ਮਿਲਦਾ, ਕਈਆਂ ਯੁੱਗਾਂ ਬਾਅਦ ਪ੍ਰਾਪਤ ਹੁੰਦਾ। ਜੇ ਮਿਲ ਗਿਆ ਤੇ ਨਾਮ ਦੇ ਨਾਲ ਨਹੀਂ ਜੁੜੇ, ਤੇ ਸਾਰਾ ਵਿਅਰਥ ਚਲਾ ਗਿਆ, ਕੋਈ ਲਾਹਾ ਨਾ ਕੱਟਿਆ, ਕੋਈ ਲਾਭ ਨਾ ਹੋਇਆ। ਸੋ ਤਾਈਓ ਹੁਣ ਆਪਾਂ ਨੂੰ ਸਮਝਾਉਂਦੇ ਵੀ ਮਾਨਸ ਜਾਮੇ ਵਿੱਚ ਸਾਨੂੰ ਆਉਣ ਦਾ ਇਹੀ ਲਾਭ ਹੈ ਵੀ ਹੁਣ ਅਸੀਂ ਨਾਮ ਦੇ ਨਾਲ ਜੁੜ ਜਾਈਏ। ਅਸੀਂ ਪਹਿਚਾਣ ਕਰ ਲਈਏ ਆਪਣੇ ਆਪੇ ਦੀ ਵੀ ਅਸੀਂ ਕੌਣ। ਜੇ ਅਸੀਂ ਪਹਿਚਾਣ ਕਰ ਲਾਂਗੇ, ਨਾਮ ਦੇ ਨਾਲ ਜੁੜ ਜਾਂਗੇ,
ਤੇ ਅਸੀਂ ਸਦਾ ਲਈ ਅਮਰ ਹੋ ਜਾਵਾਂਗੇ, ਦੁਬਾਰਾ ਵਾਪਸ ਨਹੀਂ ਸਾਨੂੰ ਭੇਜਣਗੇ। ਤਾਈਓ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਨਾਮ ਤੋਂ ਬਿਨਾਂ ਕਿਸੇ ਦੀ ਗਤੀ ਨਹੀਂ ਹੁੰਦੀ। ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਬਾਬਾ ਕਬੀਰ ਜੀ ਕਹਿੰਦੇ ਵੀ ਨਾਮ ਤੋਂ ਬਿਨਾਂ ਤਾਂ ਕੋਈ ਜੀਵ ਮੁਕਤ ਹੁੰਦਾ ਹੀ ਨਹੀਂ, ਕਿਸੇ ਨੂੰ ਪਰਮ ਗਤੀ ਮਿਲਦੀ ਨਹੀਂ। ਵੀ ਜੇ ਅਸੀਂ ਹੁਣ ਜੀਵਨ ਮੁਕਤ ਹੋਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਸਾਨੂੰ ਦਰਗਾਹ 'ਚ ਥਾਂ ਮਿਲੇ, ਅਸੀਂ ਚਾਹੁੰਦੇ ਸਾਨੂੰ ਮਾਲਕ ਦੇ ਚਰਨਾਂ 'ਚ ਥਾਂ ਮਿਲੇ, ਅਤੇ ਅਸੀਂ ਹੋਰ ਟੇਢੀਆਂ ਜੂਨਾਂ 'ਚ ਨਾ ਚਲੇ ਜਾਈਏ। ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਜਿਉਂਦੇ ਜੀ ਨਾਮ ਦੇ ਨਾਲ ਜੁੜੋ, ਅਤੇ ਤੁਸੀਂ ਜਿਉਂਦੇ ਜੀ ਮੁਕਤ ਹੋ। ਜੇ ਅਸੀਂ ਆਖੀਏ ਵੀ ਮਰਨ ਤੋਂ ਬਾਅਦ ਮੁਕਤ ਹੋ ਜਾਵਾਂਗੇ, ਮਰਨ ਤੋਂ ਬਾਅਦ ਕੋਈ ਮੁਕਤ ਨਹੀਂ ਹੁੰਦਾ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਵੀ ਭਗਤੋ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਇਆ। ਜੇ ਤੁਸੀਂ ਮੁਕਤ ਹੋਣਾ ਤਾਂ ਜਿਉਂਦੇ ਜੀ ਮੁਕਤ ਹੋ। ਜੇ ਤੁਸੀਂ ਮਾਲਕ ਦੇ ਚਰਨਾਂ 'ਚ ਥਾਂ ਚਾਹੁੰਦੇ ਹੋ ਤਾਂ ਜਿਉਂਦੇ ਜੀ ਮਾਲਕ ਦੇ ਚਰਨਾਂ ਨਾਲ ਜੁੜੋ। ਸਾਨੂੰ ਤਾਂ ਜਿਉਂਦੇ ਜੀ ਹੀ ਦਰਗਾਹ 'ਚ ਮਹਾਰਾਜ ਥਾਂ ਦੇ ਦਿੰਦੇ। ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਈਏ, ਜੇ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਹੋਏ ਮਾਲਕ ਦੇ ਸਨਮੁਖ ਹੋ ਜਾਈਏ, ਨਾਮ ਦੇ ਨਾਲ ਸਾਡੀ ਟੁੱਟੀ ਹੋਈ ਗੰਢੀ ਜਾਵੇ, ਅਸੀਂ ਅੰਤਰਗਤੋਂ ਸ਼ਬਦ ਗੁਰੂ ਦੀ ਆਰਾਧਨਾ ਕਰੀਏ, ਨੇਤਰਾਂ ਦੁਆਰਾ ਸਤਿਗੁਰੂ ਦੇ ਦਰਸ਼ਨ ਕਰੀਏ, ਅਤੇ ਸਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ। ਮਹਾਰਾਜ ਇਸ ਲਈ ਫਰਮਾਉਂਦੇ, ਅੰਤਰ ਗੁਰ ਆਰਾਧਨਾ ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਓ, ਦਰਗਾਹ ਪਾਈਏ ਠਾਉ। ਫਿਰ ਤਾਂ ਸਾਨੂੰ ਦਰਗਾਹ 'ਚ ਥਾਂ ਹੈ, ਜੇ ਸਾਡੇ ਮਨ ਦੀ ਇਹ ਅਵਸਥਾ ਬਣ ਜੇਗੀ। ਹੁਣ ਇਹ ਅਵਸਥਾ ਸਾਡੀ ਫੇਰ ਹੀ ਬਣਨੀ ਜੇ ਅਸੀਂ ਸਿਮਰਨ ਕਰਾਂਗੇ, ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ। ਜੋ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ ਅਸੀਂ ਸਿਮਰਨ ਕਰਾਂਗੇ, ਅਤੇ ਫਿਰ ਸਾਡਾ ਮਨ ਸਹਿਜ ਵਿੱਚ ਜਾਏਗਾ ਘਰ, ਅਤੇ ਫਿਰ ਸਾਨੂੰ ਪਹਿਚਾਣ ਹੋਏਗੀ ਆਪਣੇ ਆਪੇ ਦੀ। ਫਿਰ ਸਾਨੂੰ ਪਹਿਚਾਣ ਹੋਏਗੀ ਸਾਡੇ ਘਰ ਦੀ। ਤਾਈਓ ਮਹਾਰਾਜ ਕਹਿੰਦੇ, ਗੁਰ ਕੇ ਸ਼ਬਦ ਮਹਿਲ ਘਰ ਦੀਸੇ। ਵੀ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ, ਫਿਰ ਸਾਨੂੰ ਆਪਣਾ ਘਰ, ਆਪਣਾ ਮਹਿਲ ਨਜ਼ਰ ਆਏਗਾ। ਆਓ ਹੁਣ ਜਿਹੜੀ ਕਮਾਈ ਸਾਨੂੰ ਕਰਨ ਨੂੰ ਕਹਿ ਰਹੀ ਸਿਮਰਨ ਅਭਿਆਸ, ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਾਜ ਸਿਮਰਨ ਦੱਸਦੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਅਭਿਆਸ ਕਰਦੇ, ਸਿਮਰਨ ਕਰਦੇ ਕਰਦੇ ਇਹ ਕੀਤੀ ਹੋਈ ਕਾਰ ਸਾਨੂੰ ਮਾਲਕ ਦੇ ਨੇੜੇ ਲੈ ਆਉਂਦੀ। ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਾਂਗੇ, ਸਾਡੇ ਮਨ ਦੇ ਉੱਤੇ ਜਿਹੜੀ ਲੱਗੀ ਹੋਈ ਮੈਲ ਹੈ, ਇਹ ਸਾਡੇ ਮਨ ਦੀ ਮੈਲ ਉਤਰੇਗੀ। ਜਿਉਂ-ਜਿਉਂ ਅਸੀਂ ਰਸਨਾ ਦੁਆਰਾ ਇਹ ਜਪਾਂਗੇ। ਮਹਾਰਾਜ ਇਸ ਲਈ ਫਰਮਾਉਂਦੇ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਵੀ ਗੁਰਸਿੱਖੋ ਬੋਲੋ, ਕੀ ਬੋਲਣਾ? ਮਾਲਕ ਦਾ ਸਿਮਰਨ ਕਰੋ, ਉਹਦਾ ਨਾਮ ਜਪੋ। ਜਦੋਂ ਅਸੀਂ ਬੋਲਾਂਗੇ, ਜਪਾਂਗੇ, ਤੇ ਕਹਿੰਦੇ ਮਨ ਤੋਂ ਪਾਪਾਂ ਦੀ ਮੈਲ ਲੈ ਜੇਗੀ। ਜਦੋਂ ਸਾਡੇ ਮਨ ਤੋਂ ਪਾਪਾਂ ਦੀ ਮੈਲ ਲੱਥੇਗੀ, ਫਿਰ ਸਾਨੂੰ ਆਪਣਾ ਆਪਾ ਨਜ਼ਰ ਆਏਗਾ।
ਜਿਵੇਂ ਸ਼ੀਸ਼ਾ ਧੁੰਦਲਾ ਹੋ ਜੇ, ਮੈਲਾ ਹੋ ਜੇ ਅਤੇ ਸਾਨੂੰ ਉਹਦੇ ਵਿੱਚ ਦੀ ਕੁਛ ਦਿਸਦਾ ਨਹੀਂ। ਹੁਣ ਇਸੇ ਤਰ੍ਹਾਂ ਹੀ ਇਹ ਮਨ ਆਰਸੀ ਹੈ ਸ਼ੀਸ਼ੇ ਦੇ ਨੇੜੇ। ਜਦੋਂ ਇਹ ਧੁੰਦਲਾ ਹੋ ਜਾਂਦਾ, ਮੈਲਾ ਹੋ ਜਾਂਦਾ, ਸਾਨੂੰ ਆਪਣਾ ਆਪਾ ਹੀ ਨਜ਼ਰ ਨਹੀਂ ਆਉਂਦਾ, ਸਾਨੂੰ ਦਿਸਦਾ। ਜਦੋਂ ਸਾਡਾ ਮਨ ਨਿਰਮਲ ਹੋ ਜੇ, ਇਹਦੀ ਮੈਲ ਲੱਥ ਜੇਗੀ, ਸਾਨੂੰ ਆਪਣੇ ਆਪੇ ਦੀ ਪਹਿਚਾਣ ਹੋ ਜਾਏਗੀ, ਸਾਨੂੰ ਆਪਣਾ ਆਪਾ ਨਜ਼ਰ ਆਏਗਾ। ਇਹ ਜੋ ਮਹਾਰਾਜ ਸਮਝਾਉਂਦੇ ਵੀ ਜਿਸ ਦਿਨ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਗਈ, ਉਸ ਦਿਨ ਸਾਡੇ ਤੇ ਮਾਲਕ 'ਚ ਫਿਰ ਕੋਈ ਫਰਕ ਨਹੀਂ ਰਹਿੰਦਾ। ਇਸੇ ਵਾਸਤੇ ਜੀ ਕਹਿੰਦੇ, ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਵਿਨਾਸੀ। ਹੁਣ ਇਹ ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਵਿਚਾਰਨਾ, ਤਾਂ ਕਿ ਨਾਲ ਨਾਲ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਮਨਾਂ 'ਚ, ਸਾਡੇ ਹਿਰਦੇ 'ਚ ਵੱਸ ਜੇ। ਅਤੇ ਜੋ ਆਪਣਾ ਕੈਂਪ ਗੁਰਦੁਆਰਾ ਪ੍ਰਭ ਮਿਲਣੀ ਦਾ ਚਾਓ ਚੱਲ ਰਿਹਾ, 31 ਤਰੀਕ ਤੱਕ ਅਜੇ ਚੱਲਣਾ ਸਮਾਗਮ। ਇਹਨਾਂ ਸਮਾਗਮਾਂ 'ਚ ਪਹੁੰਚ ਕੇ ਸੰਗਤ ਕਰਕੇ ਆਪਾਂ ਆਪਦੇ ਜੀਵਨ ਦਾ ਲਾਹਾ ਵੱਧ ਤੋਂ ਵੱਧ ਖੱਟ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਦੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।